गुड मॉर्निंग एवरीवन। अज अपनी क्लास विच जो टॉपिक चल रहा है कंजक्शन दा उसका थर्ड डे है। पहले दिन आपां कोऑर्डिनेटिव कंजक्शंस कंप्लीट कीते, उस तो बाद आपां कोरिलेटिव कंजक्शंस कंप्लीट कीते। अज आपां सबऑर्डिनेटिव कंजक्शंस कंप्लीट करांगे ते नाल ही नाल तुहानूं मैं दसदा कि क्लासेस कंटिन्यू जा रही हैं ऑफलाइन प्लस ऑनलाइन। ਜਿਹੜੇ ਬੱਚਿਆਂ ਨੇ ਹਜੇ ਵੀ ਕਲਾਸਿਸ ਦੇਖਣੀਆਂ ਸ਼ੁਰੂ ਨਹੀਂ ਕੀਤੀਆਂ ਜਾਂ ਉਹਨਾਂ ਨੂੰ ਲੱਗਦਾ ਵੀ ਕਲਾਸਿਸ ਤਾਂ ਪਹਿਲੀ ਫੈਬ ਤੋਂ ਸਟਾਰਟ ਹੋਈਆਂ, ਅਸੀਂ ਕਿਉਂ ਇਹ ਕਲਾਸਿਸ ਹੁਣ ਬਚਾਲੋ ਕਿਵੇਂ ਕੰਟੀਨਿਊ ਕਰਾਂਗੇ, ਸਾਡੀ ਸਟਾਰਟਿੰਗ ਤੋਂ ਸਿਲੇਬਸ ਰਹਿ ਗਿਆ, ਤਾਂ ਉਹਨਾਂ ਬੱਚਿਆਂ ਲਈ ਡੇ 1 ਤੋਂ ਲੈ ਕੇ ਡੇ 14 ਤੱਕ ਦੀਆਂ ਵੀਡੀਓਜ਼ ਅਵੇਲੇਬਲ ਹੈਗੀਆਂ। ਹਰੇਕ ਕਲਾਸ ਰਿਕਾਰਡ ਹੁੰਦੀ ਹੈ, ਐਵਰੀ ਕਲਾਸ ਇਜ਼ ਬੀਇੰਗ ਰਿਕਾਰਡਡ ਪ੍ਰੋਪਰਲੀ ਐਂਡ ਤੁਹਾਨੂੰ ਪੂਰਾ ਕੰਟੈਂਟ ਪ੍ਰੋਪਰ ਵੇ ਨਾਲ ਉਸੇ ਤਰੀਕੇ ਨਾਲ ਸਮਝਾਇਆ ਜਾਂਦਾ ਜਿਵੇਂ ਆਫਲਾਈਨ ਵਿੱਚ ਸਮਝਾਇਆ ਜਾਂਦਾ ਹੈ। सो आप आज की क्लास स्टार्ट करते हैं विद सबऑर्डिनेटिव कंजक्शंस। ओके, सो सबऑर्डिनेटिव जेडे कंजक्शन होंगे है उन्होंने करन तो पहला आप क्लोज बारे समझांगे भी क्लोज की चीज होंदी है। ओके, सो क्लोज दो तरह के होंगे हैं, केड़े-केड़े? एक होंदा मेन क्लोज, एक होंदा सबऑर्डिनेटिव क्लोज। इन्हां दा एक-एक नाम होर है। मेन क्लोज नूं प्रिंसिपल क्लोज भी कह दिंदे हैं ਤੇ सबऑर्डिनेटिव क्लोज ਨੂੰ डिपेंडेंट क्लोज भी कह ਦਿੰਦੇ ਆ। ਓਕੇ, ਇਹਨਾਂ ਦੇ ਇੱਕ ਇੱਕ ਨੇਮ ਹੋਰ ਹੈ। ਹਾਂਜੀ, ਹੁਣ ਇਹਨਾਂ ਦੇ ਫੰਕਸ਼ਨ ਕੀ ਹੈ, ਮੈਂ ਇੱਕ ਸੈਂਟੈਂਸ ਲਿਖੂੰਗਾ ਫਿਰ ਇਹਦੇ ਵਿੱਚ ਇਹਦਾ ਫੰਕਸ਼ਨ ਰਿਲੇਟ ਕਰਾਂਗੇ ਆਪਾਂ। ਹਾਂਜੀ, ਤਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਇੱਕ ਸੈਂਟੈਂਸ ਲਿਖਦੇ ਆ, I met the boy, ਮੈਂ ਇੱਕ ਲੜਕੇ ਨੂੰ ਮਿਲਿਆ। ਓਕੇ, I met the boy, ਮੈਂ ਉਸ ਲੜਕੇ ਨੂੰ ਮਿਲਿਆ। Who was the winner of singing competition? जो कि सिंगिंग कंपटीशन का विनर सी। ओके, सो दिस इज वेरी क्लियर सेंटेंस। देखो अपना इथों तक सेंटेंस की है प्रिंसिपल क्लोज, जिथे उन्होंने एक जान पहचान कराई है सेंटेंस ना। I met the boy, okay, ये प्रिंसिपल क्लोज है जिथे ਆਪਾਂ ਗੱਲ ਸਟਾਰਟ ਕੀਤੀ, we can call it PC। okay, ਹੁਣ ਜਿੱਥੋਂ ਆਪਣੀ ਡਿਟੇਲਿੰਗ ਸ਼ੁਰੂ ਹੋਈ ਹੈ ਵੀ ਕਿਹੜਾ ਮੁੰਡਾ, ਆਪਾਂ ਇੱਕ ਮੁੰਡੇ ਨੂੰ ਮਿਲੇ, ਆਪਾਂ ਕਹਿੰਦੇ ਕਿਹੜਾ ਮੁੰਡਾ, ਉਹ ਡਿਟੇਲਿੰਗ ਆਪਣੀ who was ਤੋਂ ਸਟਾਰਟ ਹੁੰਦੀ ਹੋਈ ਐਂਡ ਤੱਕ ਜਾਂਦੀ ਹੈ। ਸਾਰਾ ਕੀ ਆਪਣਾ सबऑर्डिनेटिव क्लोज ਜਾਂ ਫਿਰ ਇਹਨੂੰ ਆਪਾਂ ਕਹਿ ਸਕਦੇ ਹਾਂ डिपेंडेंट क्लोज। ओके, बहुत इजी आइडेंटिफाई करना, एंड आइडेंटिफाई करना बहुत इजी है। हाँ जी, तो ਇਹਦੇ ਨਾਲ ਕੀ ਹੋ ਗਿਆ ਕਿ ਜਿਹੜਾ सबऑर्डिनेटिव क्लोज ਨੂੰ ਸ਼ੁਰੂ ਕਰਦਾ ਹੈ, ਜਿਹੜਾ ਕੰਜਕਸ਼ਨ सबऑर्डिनेटिव क्लोज ਨੂੰ ਸਟਾਰਟ ਕਰਦਾ ਹੈ ਉਹਨੂੰ ਆਪਾਂ सबऑर्डिनेटिव कंजक्शन ਕਹਿੰਦੇ ਹਾਂ। सो दिस इज कॉल्ड सबऑर्डिनेटिव कंजक्शन। ओके, ਇਹਨੂੰ ਆਪਾਂ ਡਿਪੈਂਡੈਂਟ ਕੰਜੰਕਸ਼ਨ ਵੀ ਕਹਿ ਸਕਦੇ ਹਾਂ। ਰੀਜ਼ਨ ਕੀ ਹੈ ਇਹਨੂੰ ਡਿਪੈਂਡੈਂਟ ਕੰਜੰਕਸ਼ਨ ਕਿਉਂ ਕਹਿੰਦੇ ਆ? ਤੁਸੀਂ ਇਹ ਦੇਖੋ ਜਿਹੜੀ ਆਹ ਵਾਲੀ ਲਾਈਨ ਹੈ ਨਾ, ਇਧਰਲੀ सबऑर्डिनेटिव क्लोज ਹੈ, ਇਹ ਕੰਪਲੀਟਲੀ ਇਹਦੇ ਤੇ ਡਿਪੈਂਡ ਕਰਦੀ ਹੈ। ਜੇਕਰ ਆਹ ਲਾਈਨ ਨਹੀਂ ਹੋਊਗੀ ਤਾਂ ਇਹਦੀ ਕੋਈ ਵੈਲਿਊ ਨਹੀਂ, ਇੱਕ ਕੁਐਸਚਨ ਬਣ ਕੇ ਰਹਿ ਜਾਊਗਾ। who won the singing competition, who was the winner of singing competition, ਇਹ ਕੁਐਸਚਨ ਬਣ ਕੇ ਰਹਿ ਗਿਆ। ਪਰ ਜੇਕਰ ਆਪਣੇ ਕੋਲੇ ਆਹ ਲਾਈਨ ਅਵੇਲੇਬਲ ਹੈਗੀ ਹੈ ਤਾਂ ਆਪਣੀ ਉਹ ਲਾਈਨ ਦੀ ਵੈਲਿਊ ਪੈ ਜਾਏਗੀ। ਇਸ ਕਰਕੇ ਇਹਨੂੰ ਡਿਪੈਂਡੈਂਟ ਕਹਿੰਦੇ ਆ, सबऑर्डिनेटिव ਕਹਿੰਦੇ ਕਿਉਂਕਿ ਇਹ ਇਹਦੇ ਤੇ ਡਿਪੈਂਡ ਕਰਦੀ ਹੈ, ਇਹ ਨਿਰਭਰ ਕਰਦੀ ਹੈ ਉਹਦੇ ਤੇ। ਸਿੰਪਲ। ਹਾਂਜੀ, ਇਸ ਤੋਂ ਬਾਅਦ ਇਹਦੀ ਇੱਕ ਐਗਜ਼ਾਮਪਲ ਹੋਰ ਦੇਖ ਲਓ ਕਿਉਂਕਿ ਇਹ ਦੋ ਤਰੀਕੇ ਨਾਲ ਆਉਂਦਾ, ਨਾਲੇ ਕਈ ਬੱਚਿਆਂ ਨੂੰ ਜਿਹੜੇ ਦੇ ਵਿੱਚ ਮਿਸਟੇਕ ਕਰਦੇ ਆ ਹੂ ਵਿਚ ਵੇਅਰ ਵਾਲੇ ਸੈਂਟੈਂਸ ਯੂਜ਼ ਕਰਨ ਲੱਗੇ, ਉਹਨਾਂ ਨੂੰ ਪ੍ਰੋਬਲਮ ਇਹਦੀ ਖਤਮ ਹੋ ਜੂਗੀ। ਹਾਂਜੀ, ਇੱਥੇ ਕੀ ਹੈ ਪ੍ਰਿੰਸੀਪਲ ਕਲੋਜ਼ ਨੂੰ ਆਪਾਂ ਸਟਾਰਟਿੰਗ 'ਚ ਹੀ ਪੂਰਾ ਕਰਤਾ ਨਾ, ਆਪਾਂ ਇੱਥੇ ਸਟਾਰਟਿੰਗ 'ਚ ਹੀ ਪੂਰਾ ਕਰਤਾ। ਹੁਣ ਆਪਾਂ ਕੀ ਕਰਾਂਗੇ, ਪ੍ਰਿੰਸੀਪਲ ਕਲੋਜ਼ ਨੂੰ ਹਾਫ ਲਿਖਾਂਗੇ, ਫਿਰ सबऑर्डिनेटिव क्लोज ਲਿਖਾਂਗੇ, ਫਿਰ ਆਪਾਂ ਪ੍ਰਿੰਸੀਪਲ ਕਲੋਜ਼ ਨੂੰ ਦੁਬਾਰਾ ਪੂਰਾ ਕਰਾਂਗੇ। ਦੇਖਿਓ ਕਿਵੇਂ, ਜਿਵੇਂ ਕਿ the person who is standing near the door, who is standing at the door, कह लो who is standing at the door। okay, who is standing at the door is my best friend। okay,
द पर्सन हु इज स्टैंडिंग एट द डोर इज माय बेस्ट फ्रेंड। ਆਪਾਂ ਕੀ ਕੀਤਾ, ਆਪਾਂ ਹਾਫ ਪ੍ਰਿੰਸੀਪਲ ਕਲੋਜ਼ ਇੱਥੋਂ ਸਟਾਰਟ ਕਰਤਾ। ਓਕੇ, ਫਿਰ ਆਪਾਂ ਹੂ ਆ ਗਿਆ ਆਪਣੇ ਕੋਲੇ, ਆਪਾਂ ਇੱਥੇ ਇੱਥੋਂ ਤੱਕ ਆਪਣਾ ਸਬੋਰਡੀਨੇਟਿਵ ਕਲੋਜ਼ ਹੋ ਗਿਆ ਤੇ ਇਸ ਤੋਂ ਲੈ ਕੇ ਮਾਈ ਬੈਸਟ ਫਰੈਂਡ ਇਹ ਆਪਣਾ ਫਿਰ ਕੀ ਹੋ ਗਿਆ ਪ੍ਰਿੰਸੀਪਲ ਕਲੋਜ਼। ਓਕੇ, ਸੋ ਦਿਸ ਇਜ਼ ਕਲੀਅਰ ਐਗਜ਼ਾਮਪਲ। ਹੁਣ ਗਲਤੀ ਬੱਚੇ ਕਿੱਥੇ ਕਰਦੇ ਆ, ਧਿਆਨ ਨਾਲ ਤੁਸੀਂ ਰਿਲੇਟ ਕਰੋਗੇ ਜਿਨ੍ਹਾਂ ਦੀ ਮੈਂ ਨੋਟਬੁੱਕ ਚੈੱਕ ਕਰਦਾ। ਓਕੇ, ਉਹ ਕੀ ਕਰਦੇ ਆ, ਇੱਥੇ ਸੈਂਟੈਂਸ ਇਨਕੰਪਲੀਟ ਛੱਡ ਦੇਣਗੇ ਪ੍ਰਿੰਸੀਪਲ ਕਲੋਜ਼ ਨੂੰ ਤੇ सबॉर्डिनेटिव क्लोज ਤੇ ਜਾ ਕੇ ਸੈਂਟੈਂਸ ਖਤਮ ਕਰ ਦੇਣਗੇ, ਜੋ ਕਿ ਕੰਪਲੀਟਲੀ ਰੋਂਗ ਹੈ। ਤੁਸੀਂ ਸ਼ਾਇਦ ਕੀ ਰਿਲੇਟ ਕਰ ਪਾਉਂਦੇ ਹੋਵੋਗੇ, ਜਿਨ੍ਹਾਂ ਦੀ ਗਲਤੀ ਹੁੰਦੀ ਹੈ ਵੀ ਵਿੱਚ ਲਾ ਕੇ ਸ਼ੁਰੂ ਕਰ ਦਿੰਦੇ ਆ। ਮੰਨ ਲਓ ਤੁਸੀਂ ਇੱਥੇ ਸੈਂਟੈਂਸ ਪੂਰਾ ਨਹੀਂ ਕਰਨਾ ਚਾਹੁੰਦੇਗੇ, ਇੱਥੋਂ ਤੱਕ ਤੁਸੀਂ ਉੱਥੇ ਖਤਮ ਕਰਨਾ ਚਾਹੁੰਦੇ ਹੋ, ਠੀਕ ਹੈ ਸੈਂਟੈਂਸ, ਤਾਂ ਤੁਸੀਂ ਫਿਰ ਇੱਥੇ सबॉर्डिनेटिव ਕੰਜੰਕਸ਼ਨ ਨਾ ਲਗਾਓ, ਫਿਰ ਤੁਹਾਡਾ ਸੈਂਟੈਂਸ ਸਹੀ ਹੈ। ਦ ਪਰਸਨ ਇਜ਼ ਸਟੈਂਡਿੰਗ ਐਟ ਦ ਡੋਰ। ਜੇਕਰ ਤੁਸੀਂ ਇੱਥੇ ਹੂ ਲਗਾਤਾ ਤਾਂ ਤੁਹਾਨੂੰ ਡੋਰ ਤੋਂ ਬਾਅਦ ਆਪਣੀ ਗੱਲ ਪੂਰੀ ਕਰਨੀ ਹੀ ਪੈਣੀ ਹੈ। ਓਕੇ, ਆਪਣੀ ਮਿਸਟੇਕ ਤੁਸੀਂ ਇਹਦੇ ਅਕੋਰਡਿੰਗ ਰਿਲੇਟ ਕਰ ਸਕਦੇ ਹੋ। ਹਾਂਜੀ, ਤਾਂ ਆਪਾਂ ਹੁਣ ਜਿਵੇਂ ਹੂ ਦੀ ਐਗਜ਼ਾਮਪਲ ਆਪਣੀ ਆਲਰੇਡੀ ਹੋ ਚੁੱਕੀ ਹੈ ਵੀ ਹੂ ਜਦੋਂ ਆਪਾਂ ਕਿਸੇ ਪਰਸਨ ਨੂੰ ਡਿਫਾਈਨ ਕਰਨਾ ਹੈ ਤਾਂ ਆਪਾਂ ਹੂ ਦੀ ਐਗਜ਼ਾਮਪਲ ਲੈਣੀ ਹੈ। ਹੂ ਦਾ ਮਤਲਬ ਹੁੰਦਾ ਹੈ ਜੋ, ਠੀਕ ਹੈ। ਮੈਂ ਉਸ ਲੜਕੇ ਨੂੰ ਮਿਲਿਆ ਜੋ ਪਿਛਲੇ ਜੋ ਕਿ ਸਿੰਗਿੰਗ ਕੰਪੀਟੀਸ਼ਨ ਦਾ ਵਿਨਰ ਸੀ। ਉਹ ਪਰਸਨ ਜੋ ਕਿ ਦਰਵਾਜ਼ੇ ਕੋਲ ਖੜਾ ਹੈ ਇਜ਼ ਮਾਈ ਬੈਸਟ ਫਰੈਂਡ, ਉਹ ਮੇਰਾ ਬੈਸਟ ਫਰੈਂਡ ਹੈ। ਐਗਜ਼ਾਮਪਲ ਕਲੀਅਰ ਹੈ। ਸੋ ਇਹਦੇ ਨਾਲ ਹੀ ਆਪਣਾ ਹੂ ਦਾ ਮੀਨਿੰਗ ਹੈ ਜਿਹੜਾ ਕਵਰ ਹੁੰਦਾ ਹੈ। ਕਦ ਲਈ ਯੂਜ਼ ਹੁੰਦਾ ਹੈ, ਕਿਸੇ ਪਰਸਨ ਨੂੰ ਡਿਫਾਈਨ ਕਰਨ ਲਈ, ਬੱਚਿਆਂ ਨੂੰ ਡਿਫਾਈਨ ਕਰਨ ਲਈ। ਜਦੋਂ ਵੀ ਕਿਸੇ ਪਰਸਨ ਦੀ ਗੱਲ ਹੁੰਦੀ ਹੈ, ਸਿੰਪਲੀ ਆਪਾਂ ਗੱਲ ਕਰਦੇ ਹਾਂ, ਚਾਹੇ ਉਹ ਬੱਚਾ ਹੈ, ਵੱਡਾ, ਬਜ਼ੁਰਗ ਹੈ, ਐਨੀਵਨ ਜੋ ਵੇਅਰ ਹੈ। ਸਿੰਪਲੀ ਜਿਵੇਂ ਕਿ ਆਪਾਂ ਹੂ ਕਦ ਲਈ ਡਿਫਾਈਨ ਕਰਦੇ ਹਾਂ, ਪਰਸਨ ਨੂੰ ਡਿਫਾਈਨ ਕਰਦੇ ਹਾਂ, ਉਵੇਂ ਹੀ ਆਪਾਂ ਵੇਅਰ ਨਾਲ ਕਿਸੇ ਪਲੇਸ ਨੂੰ ਡਿਫਾਈਨ ਕਰਾਂਗੇ, ਠੀਕ ਹੈ। ਆਪਾਂ ਹੁਣ ਕਿਸੇ ਜਗ੍ਹਾ ਨੂੰ ਡਿਫਾਈਨ ਕਰਾਂਗੇ। ਇਹਦੇ ਐਗਜ਼ਾਮਪਲ ਦੋ ਕਰਾਂਗੇ, ਇੱਕ ਦੇ ਵਿੱਚ ਪ੍ਰਿੰਸੀਪਲ ਕਲੋਜ਼ ਨੂੰ ਬ੍ਰੇਕ ਕਰਾਂਗੇ, ਇੱਕ ਦੇ ਵਿੱਚ ਪ੍ਰਿੰਸੀਪਲ ਕਲੋਜ਼ ਪਹਿਲਾਂ ਹੀ ਪੂਰਾ ਲਿਖਾਂਗੇ। ਓਨਲੀ ਟੂ ਐਗਜ਼ਾਮਪਲਸ। ਆਈ ਵਿਜ਼ਿਟਡ ਦ ਪਾਰਕ, ਮੈਂ ਉਸ ਪਾਰਕ ਗਿਆ, ਪਾਰਕ ਇੱਕ ਜਗ੍ਹਾ ਆ ਗਈ। I visited the park where I saw I visited the park where we met first time, ਜਿੱਥੇ ਪਹਿਲੀ ਵਾਰੀ ਮਿਲੇ ਸੀਗੇ, where we met first time। ਸੋ ਮੈਂ ਉਸ ਪਾਰਕ ਗਿਆ ਜਿੱਥੇ ਆਪਾਂ ਪਹਿਲੀ ਵਾਰੀ ਮਿਲੇ ਸੀ। ਓਕੇ, I visited the park where we met first time। ਇੱਥੇ ਲਾਈਨ ਕੰਪਲੀਟ ਹੈ, ਪ੍ਰਿੰਸੀਪਲ ਕਲੋਜ਼, ਤਾਂ ਕਰਕੇ ਆਪਾਂ ਵੇਅਰ ਵਾਲੀ ਲਾਈਨ ਤੋਂ ਬਾਅਦ ਕੁਝ ਵੀ ਨਹੀਂ ਲਿਖਿਆਗਾ। ਓਕੇ, ਸੋ ਅੱਗੇ ਆਪਾਂ ਜਿਹੜੀ ਲਾਈਨ ਲਿਖਾਂਗੇ ਪ੍ਰਿੰਸੀਪਲ ਕਲੋਜ਼ ਨੂੰ ਇਨਕੰਪਲੀਟ ਕਰਕੇ, ਜਿਵੇਂ ਕਿ the place where we went last year। मैं सॉरी एग्जांपल पास्ट ਵਿੱਚ ਦੇ ਰਿਹਾ, ਤੁਹਾਨੂੰ ਸਮਝਣਾ ਸੌਖਾ ਹੋ ਜਾਏਗਾ। the place where we went last year was very beautiful। ਉਹ ਜਗ੍ਹਾ ਜਿੱਥੇ ਆਪਾਂ ਪਿਛਲੇ ਸਾਲ ਗਏ ਸੀਗੇ ਬਹੁਤ ਸੋਹਣੀ ਸੀ। ਓਕੇ, the place ਇੱਥੋਂ ਸਟਾਰਟ ਕਰ ਲਿਆ, where ਤੋਂ ਲੈ ਕੇ ਲਾਸਟ ਈਅਰ ਤੱਕ सबॉर्डिनेटिव ਕੰਜੰਕਸ਼ਨ ਤੇ was very beautiful ਤਾਂ ਆਪਣੇ ਕੀ ਆ ਗਿਆ, ਦੁਬਾਰਾ ਫਿਰ ਪ੍ਰਿੰਸੀਪਲ ਕਲੋਜ਼ ਆ ਗਿਆ। क्लियर एग्जांपल दोनों। हाँ जी स्टूडेंट्स, इन्हें नोट डाउन कर लो प्रॉपर्ली। मैं पास्ट टेंस ही यूज कर रहे हैं, कोई और टेंस नहीं यूज किया इत्थे, ठीक है। पास्ट इंडेफिनिट ते पास्ट जेडे सिंपल सेंटेंस होंदे ओह वाली बात कर रहे हैं। ओके, सो नेक्स्ट कंटिन्यू करते हैं विच। सो जिवें हु पर्सन ਲਈ, वेयर जगह ਲਈ, विच वस्तुओं ਲਈ यूज होगा, ठीक है। जिवें कि she bought the toy car, उन्हें वो टॉय कार खरीदी, which she saw in the fair, ਜਿਹੜੀ ਉਹਨੇ ਮੇਲੇ 'ਚ ਵੇਖੀ ਸੀ।
Simple example. She bought the toy car which she saw in the fair. Okay. ਆਪਾਂ ਕਿਸੇ ਪਾਲਿਸੀ ਦੀ ਵੀ ਗੱਲ ਕਰ ਸਕਦੇ ਹਾਂ. The policy which was introduced last year is भी कह सकते थे ਜਿਹੜੀ ਪਿਛਲੇ ਸਾਲ इंट्रोड्यूस की गई सी is very beneficial, बहुत ज़्यादा beneficial. ਉਹ ਪਾਲਿਸੀ ਜਿਹੜੀ ਪਿਛਲੇ ਸਾਲ इंट्रोड्यूस की गई सी ਉਹ बहुत beneficial है. ओके, सो पालिसी भी एक तरह की नॉन लिविंग चीज ਵਿੱਚ ਆ ਗਈ ਤਾਂ ਕਰਕੇ ਉੱਥੇ ਆਪਾਂ ਵਿੱਚ ਲਗਾਇਆ. ओके, नेक्स्ट आ गया हाउ ਦੇ ਨਾਲ ਆਪਾਂ ਪ੍ਰੋਸੈਸ ਰਿਲੇਟ ਕਰਦੇ ਹਾਂ ਬਈ ਕੋਈ ਆਪਾਂ ਜਵਾਬ ਦੇਣਾ ਕਿਵੇਂ ਦਾ. ठीक है, एग्जांपल देख लो. You can learn how to make Maggie with the help of YouTube. Okay, ਇਹਦੇ ਵਿੱਚ ਕੀ ਹੈ? You can learn principal clause, how to make Maggie, अपना जुगा subordinative clause, ਤੇ with the help of YouTube again principal clause. Okay, ਤੁਸੀਂ ਇਹਨੂੰ ਆਏ ਵੀ ਲਿਖ ਸਕਦੇ ਸੀਗੇ. You can learn with the help of YouTube how to make Maggie. Clear? How the example अपनी okay, ਤਾਂ ਇੱਕ एग्जांपल ਆਪਾਂ ਹੋਰ ਕਰ ਲਈਏ. I try to make her understand how she can get good scores in her exam. Okay, I try to make her understand how she can get good score in her exam. Okay, is it clear? ਇਹਦੇ ਵਿੱਚ ਕੀ ਹੈ? ਆਪਾਂ ਸਟਾਰਟਿੰਗ ਤੇ ਪ੍ਰਿੰਸੀਪਲ ਕਲੋਜ਼ ਪੂਰਾ ਕਰਤਾ, ਫਿਰ ਆਪਾਂ ਐਂਡ ਤੱਕ ਕਲੀਅਰ ਕਰਤਾ. ਸੋ ਇਹ ਆਪਣੇ ਐਗਜ਼ਾਮਪਲਸ ਆ ਗਏ. who ਦੀ ਆ ਗਈ, where, which, how, now, why. You can you must tell me why are you late, why you are late from class. This is not question. Okay, याद रखियो, जेकर क्वेश्चन why तो स्टार्ट ਹੁੰਦਾ ਮੈਂ ਫਿਰ ਉੱਥੇ r ਪਹਿਲਾਂ ਹੋਣਾ ਸੀਗਾ why are you late from class, ਤੁਸੀਂ ਕਲਾਸ ਤੋਂ ਲੇਟ ਕਿਉਂ ਆਏ ਹੋ. ਠੀਕ ਹੈ, ਜੇਕਰ ਤੁਸੀਂ ਇਹਨੂੰ ਇੱਕ ਸਬੋਰਡੀਨੇਟਿਵ ਕੰਜੰਕਸ਼ਨ ਦੇ ਤੌਰ ਤੇ ਯੂਜ਼ ਕਰ ਰਹੇ ਹੋ, you must tell me why you are late, ਕਿਉਂਕਿ ਇੱਥੇ ਆਪਾਂ ਇਹਨੂੰ ਕੁਐਸਚਨ ਨਹੀਂ ਬਣਾਵਾਂਗੇ. ਇੱਥੇ ਆਪਾਂ ਇੱਕ ਸਿੰਗਲ ਸਟੇਟਮੈਂਟ ਹੈ, ਮੈਨੂੰ ਦੱਸੋ ਵੀ ਤੁਸੀਂ ਲੇਟ ਕਿਉਂ ਆਏ. ਹਾਲਾਂਕਿ ਹੈਗਾ ਕਿ ਕੁਐਸਚਨ ਹੀ ਹੈ ਬਟ ਕੁਐਸਚਨ ਦੀ ਫਾਰਮ ਵਿੱਚ ਨਹੀਂਗਾ, ਠੀਕ ਹੈ, ਸਬੋਰਡੀਨੇਟਿਵ ਟੈਂਸ ਦੀ ਫਾਰਮ ਦੇ ਵਿੱਚ ਹੈ. you must tell me why you are late from class. ਜੇਕਰ you must tell me ਪ੍ਰਿੰਸੀਪਲ ਕਲੋਜ਼ ਨਾ ਹੁੰਦਾ ਫਿਰ ਉਹ ਇੱਕ क्वेश्चन बन जाना चाहिए. ओके, सो I can easily understand why she is not ready
for the party। ਵੀ ਉਹ ਪਾਰਟੀ ਲਈ ਤਿਆਰ ਕਿਉਂ ਨਹੀਂ ਹੈ, ਮੈਨੂੰ ਚੰਗੀ ਤਰ੍ਹਾਂ ਸਮਝ ਆਉਂਦਾ ਹੈ। ਸੋ ਦਿਸ ਇਜ਼ ਨਾਟ ਦਾ ਕੁਐਸਚਨ ਅਗੇਨ। ਠੀਕ ਹੈ, ਤੁਸੀਂ ਕਿਸੇ ਨੂੰ ਕੁਐਸਚਨ ਨਹੀਂ ਪੁੱਟ ਕਰਦੇਗੇ, ਮੈਂ ਚੰਗੀ ਤਰ੍ਹਾਂ ਸਮਝ ਸਕਦਾ, ਮੈਨੂੰ ਆਸਾਨੀ ਨਾਲ ਸਮਝ ਆ ਰਿਹਾ ਹੈ why she is not ready for the party, ਉਹ ਪਾਰਟੀ ਲਈ ਤਿਆਰ ਕਿਉਂ ਨਹੀਂ ਹੈ। ਦਿਸ ਇਜ਼ ਨਾਟ ਕੁਐਸਚਨ, ਧਿਆਨ ਰੱਖਿਓ। ਠੀਕ ਹੈ, ਜੇਕਰ ਇਹ ਕੁਐਸਚਨ ਹੁੰਦਾ why is she not ready for the party, ਉਹ ਪਾਰਟੀ ਲਈ ਤਿਆਰ ਕਿਉਂ ਨਹੀਂ ਹੈ, ਤੁਸੀਂ ਕੁਐਸਚਨ ਰੇਜ਼ ਕੀਤਾ ਹੈ। ਓਕੇ, ਜੇਕਰ ਆਪਣਾ ਚ ਜਾਈਏ ਫਿਰ ਇਹ ਕੁਐਸਚਨ ਨਹੀਂਗਾ। ਸੋ ਥੀਸ ਆਰ ਦਾ ਸਬੋਰਡੀਨੇਟਿਵ ਕੰਜੰਕਸ਼ਨਸ। ਇਹ ਸੀਰੀਅਸਲੀ ਜਿਹੜੇ ਬੱਚੇ ਅੱਜ ਫਸਟ ਡੇ ਆਏ ਆ ਉਹਨਾਂ ਨੂੰ ਮੇਬੀ ਇਹ ਚੀਜ਼ ਟਫ ਲੱਗ ਰਹੀ ਹੋਗੀ, ਬਟ ਜਿਨ੍ਹਾਂ ਨੇ ਆਪਣੇ ਟੈਂਸ ਦੀ ਕਲਾਸ ਲਗਾਈ ਹੈ ਜਾਂ ਜਿਨ੍ਹਾਂ ਨੇ ਪ੍ਰੋਪਰਲੀ ਵੀਡੀਓਜ਼ ਦੇਖੀਆਂ ਪਹਿਲਾਂ ਵਾਲੀਆਂ ਤੇ ਜਿਨ੍ਹਾਂ ਨੇ ਮੀਨਸ ਕੰਜੰਕਸ਼ਨਸ ਦੀ ਕਲਾਸ ਲਗਾਈ ਹੈ, ਮਾਡਲਸ ਦੀ ਕਲਾਸ ਲਗਾਈ ਹੈ, ਜਿਹੜੇ ਇੰਗਲਿਸ਼ ਦੇ ਇਸ ਸਟੈਪ ਤੇ ਕਰਾ ਚੁੱਕੇ ਕਿ ਉਹ ਕੱਲੀ ਲਾਈਨ ਤਾਂ ਬਣਾਉਣੀ ਆ ਗਈ, ਬਟ ਹੁਣ ਆਪਾਂ ਲਾਈਨਾਂ ਨੂੰ ਕੰਬਾਈਨ ਕਰੀ ਜਾਂਦੇ ਹਾਂ। ਸੋ ਉਹਨਾਂ ਲਈ ਇਹ ਕਲਾਸ ਬਹੁਤ ਈਜ਼ੀ ਹੋਊਗੀ ਜਿਨ੍ਹਾਂ ਨੇ ਪਹਿਲੀਆਂ ਕਲਾਸਾਂ ਲਗਾਈਆਂ। ਓਕੇ, ਆਪਾਂ ਕਲਾਸ ਨੂੰ ਅੱਗੇ ਰੀਡ ਕਰਦੇ ਹਾਂ। ਸੋ ਵੈਨ, ਹਾਊ ਆਪਣਾ ਪ੍ਰੋਸੈਸ ਨੂੰ ਡਿਫਾਈਨ ਕਰਦਾ ਹੈ, ਵਾਈ ਆਪਣਾ ਕਿਸੇ ਰੀਜ਼ਨ ਨੂੰ ਡਿਫਾਈਨ ਕਰਦਾ ਹੈ ਤੇ ਵੈਨ ਆਪਣਾ ਟਾਈਮ ਨੂੰ ਡਿਫਾਈਨ ਕਰੇਗਾ। ਓਕੇ, ਵੈਨ you can reach there, ਤੁਸੀਂ ਉੱਥੇ ਪਹੁੰਚ ਸਕਦੇ ਹੋ when you will be called, ਜਦੋਂ ਤੁਹਾਨੂੰ ਬੁਲਾਇਆ ਜਾਊ ਤੁਸੀਂ ਉਦੋਂ ਉੱਥੇ ਜਾ ਸਕਦੇ ਹੋ। you can reach there when you will be called, ਜਦੋਂ ਤੁਹਾਨੂੰ ਬੁਲਾਇਆ ਜਾਊਗਾ। ਸੋ ਇੱਥੇ ਸੈਂਟੈਂਸ ਆ ਗਿਆ, ਇੱਥੇ ਆਪਣਾ ਸਬੋਰਡੀਨੇਟਿਵ ਕੰਜੰਕਸ਼ਨ ਆ ਗਿਆ, ਗੱਲ ਨੂੰ ਪੂਰਾ ਕਰਨ ਵਾਲਾ। ਠੀਕ ਹੈ, that is called subordinative conjunction। ਆਪਾਂ ਜਦੋਂ ਆਰਟੀਕਲਸ ਕੀਤੇ ਸੀਗੇ ਉਦੋਂ ਵੀ ਆਪਾਂ ਇਹਦੇ ਥਰੂ ਹੀ ਤੁਹਾਨੂੰ ਐਗਜ਼ਾਮਪਲ ਸਮਝਾਈ ਸੀ, ਦਾ ਕਦੋਂ ਯੂਜ਼ ਕਰਦੇ ਹੈਗੇ। ਠੀਕ ਹੈ, ਵੀ ਜਦੋਂ ਆਪਾਂ ਦਾ ਲਗਾ ਕੇ ਗੱਲ ਅਧੂਰੀ ਛੱਡ ਦਿੰਦੇ ਆ ਤਾਂ ਸਬੋਰਡੀਨੇਟਿਵ ਕੰਜੰਕਸ਼ਨ ਹੀ ਹੈ ਜਿਹੜਾ ਆਪਣੀ ਗੱਲ ਨੂੰ ਕੰਪਲੀਟ ਕਰਦਾ ਹੈ। ਓਕੇ, ਵੈਨ ਦੀ ਐਗਜ਼ਾਮਪਲ ਇੱਕ ਹੋਰ ਦੇਖ ਲਓ। she is, ਇੱਕ ਐਗਜ਼ਾਮਪਲ एक्चुअली एग्जांपल देखिए, यानी कि ਤੁਸੀਂ ਆ ਕੰਮ ਕਰ ਸਕਦੇ ਹੋ ਜਦੋਂ ਕਹਿ ਨਹੀਂ ਹੈ ਚਲੇ। she can watch television, she can watch TV when there will be availability of electricity, ਜਦੋਂ ਲਾਈਟ ਹੋਊਗੀ ਉਦੋਂ ਟੀਵੀ ਮਤਲਬ ਕਿ ਦੇਖ ਸਕਦੀ। she can watch TV when there will be availability of electricity, ਜਦੋਂ ਲਾਈਟ ਹੋਊਗੀ ਉਦੋਂ ਉਹ ਟੀਵੀ ਦੇਖ ਸਕਦੀ ਹੈ। ਓਕੇ ਓਕੇ, ਸੋ ਸਭ ਤੋਂ ਪਹਿਲਾਂ ਆਪਣੇ ਕੋਲ ਆ ਗਿਆ ਵੇਅਰ ਐਜ਼ ਆਪਾਂ ਇਹਨੂੰ ਕੋਆਰਡੀਨੇਟਿਵ ਕੰਜੰਕਸ਼ਨ ਦੇ ਵਿੱਚ ਵੀ ਰੱਖ ਸਕਦੇ ਹਾਂ ਤੇ ਆਪਾਂ ਇਹਨੂੰ ਸਬੋਰਡੀਨੇਟਿਵ ਕੰਜੰਕਸ਼ਨ ਦੇ ਵਿੱਚ ਵੀ ਰੱਖ ਸਕਦੇ ਹਾਂ, ਕਿਉਂਕਿ ਇਹ ਸਿੰਗੂਲਰ ਹੈ ਤੇ ਇਹਨੇ ਕੀ ਕਰਨਾ ਹੈ, ਆਪੋਜ਼ਿਟ ਮੀਨਿੰਗ ਪ੍ਰੋਵਾਈਡ ਕਰਨਾ ਆਪਾਂ। ਠੀਕ ਹੈ, ਆਪੋਜ਼ਿਟ ਮੀਨਿੰਗ ਮੀਨਸ ਵੇਅਰ ਐਜ਼ ਦਾ ਮੀਨਿੰਗ ਹੁੰਦਾ ਹੈ ਜਦ ਕਿ। ਓਕੇ, ਜਦ ਕਿ ਮਤਲਬ ਕਿ ਆਪਾਂ ਇੱਕ ਗੱਲ ਕਵਾਂਗੇ ਫਿਰ ਆਪਾਂ ਲਗਾਵਾਂਗੇ ਜਦ ਕਿ, ਫਿਰ ਆਪਾਂ ਉਸ ਤੋਂ ਬਾਅਦ ਕੋਈ ਆਪੋਜ਼ਿਟ ਗੱਲ ਕਰਾਂਗੇ। ਠੀਕ ਹੈ, ਇਹ ਬਟ ਦੀ ਜਗ੍ਹਾ ਤੇ ਵੀ ਯੂਜ਼ ਹੋ ਸਕਦਾ ਹੈ, ਹਾਊਐਵਰ ਦਾ ਮੀਨਿੰਗ ਵੀ ਅਪਰੋਕਸੀਮੇਟਲੀ ਸੇਮ ਹੈ। ਹਾਂਜੀ, I bought 2 mangoes, मैं 2 mangoes purchase किए। whereas my friend bought 5 mangoes। एग्जाम्पल सिंपल है बट मीनिंग क्लियर है। आई बॉट 2 मैंगोस, मैं 2 मैंगोस परचेज किए, जद के मेरे फ्रेंड ने 5 मैंगोस परचेज किए। कोई भी गल तुसी कहनी है, थोड़ी जी टिपिकल एग्जांपल हो, चिल्ड्रन आर, सम चिल्ड्रन आर
interested in some children are interested in making their career bright. Some children are interested in making their career bright. Whereas इस whereas तो बाद semicolon लगाओगे तो ज़्यादा better लगेगा. Semicolon ਇਹਦੇ usage ਆਪਾਂ ਉਹਦੀ क्लास ਵਿੱਚ ਕਰਾਵਾਂਗੇ ਜਦੋਂ ਆਪਾਂ punctuation ਦੀ क्लास ਲਗਾਵਾਂਗੇ. ठीक है. Bright. Whereas others do not take their future seriously. हाँ जी, कुछ बच्चे अपना फ्यूचर ब्राइट करने के लिए करियर ब्राइट करने के लिए बहुत इंटरेस्टेड होंगे ਉਹਦੇ ਵਿੱਚ, जद कि ਜਿਹੜੇ ਬਾਕੀ ਹੈ अपने फ्यूचर ਨੂੰ सीरियस या सीरियसली do not take future serious. सीरियस है. हाँ जी, क्लियर है एग्जांपल. वेयर एज दी यस सर. ਤੁਸੀਂ ਹੁਣ वेयर एज ਦੀ जगह हाउएवर लगा दो. सेम मीनिंग आउटपुट आएगी. I bought 2 mangoes. However, थोड़ा ਜਿਹਾ ਚੇਂਜ ਹੈ ਜਿਹੜਾ ਮੈਂ ਰਿਲੇਟ ਕਰ ਦਿੰਦਾ. ਐਗਜ਼ਾਮਪਲ ਦੇਣਾ ਤੁਹਾਨੂੰ however ਦੀ. ਓਕੇ, however ਆਪਾਂ ਨੂੰ but ਵਾਲਾ मीनिंग प्रोवाइड करता है. however but वाला मीनिंग प्रोवाइड करता है. जिवें ਆਪਾਂ कोई ਗੱਲ शुरू कर दी है. मैं इत्थे लिखना however I try to get first position every year. I try to get first position every year. मैं हर एक साल फर्स्ट पोजीशन लेने की ट्राई करता है. However, it is not possible for me. इसे खत्म कर सकते. ਤੁਸੀਂ however ਦੀ ਜਗ੍ਹਾ but ਲਗਾਓਗੇ ਤਾਂ ਵੀ ਉਹਦਾ मीनिंग ਉਵੇਂ ਆਏਗਾ. I try to get the first position every year. मैं हर एक साल पहले नंबर पे आने की कोशिश करता है. However, it is not possible for me. ये मेरे लिए possible नहीं, but it is not possible for me. ਇਹਦਾ मीनिंग ਕੀ ਬਣ ਗਿਆ? पर जिਵੇਂ भी, ठीक है, पर जिਵੇਂ भी ये मेरे लिए पॉसिबल नहीं है. या पर फिर भी yet वाला मीनिंग या but वाला ਜਿਹੜੇ ਕਿ opposite ट्रेंड ਨੂੰ फॉलो करते हैं. क्लियर? हाँ जी. तो अगे अपने को आ गया unless ते unlike. जेड़ा unlike वर्ड है या unless वर्ड है ये ऑलरेडी नेगेटिव नहीं. unless वर्ड ते unlike वर्ड ऑलरेडी नेगेटिव नहीं. तो जिवें भी है, मान लो ਆਪਾਂ ਪਿੰਡ ਵਾਲੀ ਲਾਈਫ ਦੀ ਤਾਰੀਫ ਕਰਨੀ है. ठीक है, अब स्टार्ट किवें करेंगे? अनलाइक सिटी लाइफ. बस इन्नी की गल लिखनी है. ਆਪਾਂ ਇਹਨੂੰ ਆਪਾਂ ਐਂਡ ਤੇ ਵੀ ਲਿਖ ਸਕਦੇ ਜਮਾ, ਫਿਰ ਕੋਮੇ ਦੀ ਲੋੜ ਨਹੀਂ ਪਏਗੀ. अनलाइक सिटी लाइफ, village life tends to be more healthier unlike city life, village life tends to be more healthy. okay, सीधा सीधा कंपैरिजन हो गया. ਤੁਹਾਡੀ ਇਸ ਲਾਈਨ ਦਾ ਤਿੰਨ ਵਰਡ ਦਾ मीनिंग पता ਕੀ ਹੈ? सिटी लाइफ इज नॉट हेल्दी या सिटी लाइफ इज लेस हेल्दी. ओके, ਤੁਹਾਡਾ डायरेक्ट मीनिंग ਇੱਥੇ ਚਲਾ ਗਿਆ अनलाइक सिटी लाइफ. ਇਸ ਲਾਈਨ ਨੂੰ 네ਗੇਟਿਵ ਕਰਕੇ ਲਿਖਿਆ ਗਿਆ ਕੰਪਲੀਟਲੀ, ਬਟ ਤੁਹਾਨੂੰ ਵਰਡਸ ਨਹੀਂ ਲਗਾਉਣੇ ਪਏ. ਠੀਕ ਹੈ, ਜਿਵੇਂ ਤੁਸੀਂ ਕਹਿ ਸਕਦੇ ਹੋ unlike boys, girls are intelligent. girls are more intelligent भी कह सकते हैं, just intelligent भी कह सकते हैं. ठीक है,
means unlike boys, girls are more intelligent. You can write it here in terms of fashion. गर्ल्स ज्यादा इंटेलिजेंट होंदियां इन कंपैरिजन टू बॉयज। ठीक है, हुण इत्थे गर्ल्स दी इंसल्ट भी होगी ते तारीफ भी होगी, है ना? हां जी, ओके। सो अनलाइक दा मीनिंग क्लियर हो गया? Yes, इजी मीनिंग है तो यूज करना ना। एंड तुसी लास्ट ते करेक्ट करना जमा, मतलब कि गर्ल्स आर मोर इंटेलिजेंट इन टर्म्स ऑफ फैशन अनलाइक बॉयज, मतलब कि बॉयज आर नॉट इंटेलिजेंट इन टर्म्स ऑफ फैशन। पूरी लाइन लिखेगी बट लिखने की लोड़ नहीं। ओके, सो अपना नेक्स्ट आ गया अनलेस। अनलेस दे विच की है, आप ऑलरेडी एक चीज नेगेटिव रख रहे हैं। ठीक है, वी आर कीपिंग इट नेगेटिव एक्टिविटी है ਜਦੋਂ तक आ चीज नहीं होती। ठीक है, टाइम ਨੂੰ डिफाइन करूंगा, ਇਹਦਾ ਸਿੱਧਾ ਸਿੱਧਾ मीनिंग until वर्गा है। किदे वर्गा? until वर्गा। you can relate that unless or until। until ਤੇ सिंगल एल ਪੈਂਦੀ है, याद रखियो। हाँ जी, one would not be able to achieve his goals one would not be able to achieve his goals। लाइन पूरी होगी। जब one cannot achieve his goals, सिंपल जी होगी लिख सकते हैं अपन unless she or he has a strong determination। डिटरमिनेशन किहनूं कहंदे भी? इरादा। जिन्नी कोई भी पर्सन अपना गोल अचीव नहीं कर सकता जिन्नी देर उन्होंने इरादा पक्का नहीं हैगा। ठीक है, हुण देखो आपां की लाइन बोले हैं, जिन्नी देर उन्हों का इरादा पक्का नहीं हैगा। आप वर्ड यूज किया नहीं, पर इत्थे किते भी नहीं आएगा। नहीं दा मीनिंग अपना अनलेस नहीं देता। ठीक है, इत्थे एक सिचुएशन नु भी आप डिफाइन कर सकते हैं अनलेस नाल। अनलेस ते अनटिल विच ही फर्क है कि अनलेस नाल सिचुएशन नु डिफाइन किया जा सकता है, बट अनटिल नाल आप टाइम नु डिफाइन करांगे। ओके, एक टाइम। ओके, यदि एक एग्जांपल और देख लो। Karam cannot buy a big house until she works hard for it। Karam cannot buy a big house until she works hard for it। जिन्नी देर तक वो मेहनत इसलिए मेहनत नहीं करती। ओके, क्लियर? Yes, sir. ओके, सो लास्ट रह गया एज इफ। एज इफ बेटा इनफॉर्मल है थोड़ा सा। ठीक है, ਇਹਦਾ यूज तक करवा देना ਤੁਹਾਨੂੰ मैं, बट थोड़ा सा इनफॉर्मल है। नाले एक नवी टर्म पता लगेगी ਤੁਹਾਨੂੰ ये पता लगूगा ਆਪਾਂ यूजुअली आई ਨਾਲ ਵਾਸ ਲਾਉਣੇ ਕਿ ਵਰ ਲਾਉਣੇ ਆ? ਵਾਸ। ਬਟ ਇਹਦੇ ਵਿੱਚ ਆਪਾਂ आई ਦੇ ਨਾਲ ਵਰ ਲਗਾਵਾਂਗੇ। देखियो, ठीक है, ਆਪਾਂ ਇੰਜ करना है, थोड़ा ਜਿਹਾ फनी भी बनूंगा। ही walks, वो इंज तुरदा है। he walks as if he is the richest person in the world। आए तुरदा जिवें दुनिया का सब तो अमीर बंदा होवे। ठीक है, एज इफ सॉरी इत्थे वर आया, जिसे ही नाल भी नहीं कदे वर लिखा होगा। ठीक है, क्लियर हो गया एग्जांपल है। ओ इंज
ਹਾਂਜੀ ਹਾਂਜੀ ਜਿਹੜਾ ਫਸਟ ਸੈਂਟੈਂਸ ਲਿਖਿਆ ਹੀ ਵਾਕਸ ਇਹ ਤਾਂ ਪ੍ਰੈਜ਼ੈਂਟ ਇੰਡੈਫੀਨਿਟ ਚ ਨਹੀਂ ਲਿਖਿਆ ਬਿਲਕੁਲ ਤੇ ਸੈਕਿੰਡ ਵਾਲਾ ਫਿਰ ਬਾਹਰ ਨੋ 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 ਉੱਥੇ ਉਹੀ ਆਏਗਾ ਉਹਦੀ ਟਰਮ ਹੀ ਉਹ ਹੈ ਓਕੇ ਠੀਕ ਹੈ ਜਿਵੇਂ ਕਿ ਇੱਕ ਦੀ ਆਈ ਵਰ ਸੀ ਐਗਜ਼ਾਮਪਲ I would banish the corruption. I would banish the corruption if I were the prime minister. Okay. So these are the example इतने as if जिमें के ਇਹਦਾ ਮਤਲਬ ਹੈ ਜੇਕਰ ਓਕੇ ਇਹਨਾਂ ਨਾਲ ਆਪਾਂ ਸਿੰਗੂਲਰ ਦੇ ਨਾਲ ਵਰ ਲਗਾਉਣੇ ਆ ਠੀਕ ਹੈ he walks as if he were the richest person of the world ਉਹ ਇੰਜ ਤੁਰਦਾ ਜਿਵੇਂ ਕਿ ਦੁਨੀਆ ਦਾ richest person ਹੋਵੇ I would banish the corruption ਇੱਥੇ ਲਾਈਨ ਆਪਾਂ would ਵਾਲੀ ਲਿਖਣੀ ਹੈ ਹਮੇਸ਼ਾ ਯਾਦ ਰੱਖਿਓ ਠੀਕ ਹੈ ਜੇਕਰ ਤੁਸੀਂ ਉਹ ਲਾਈਨ ਕੰਪਲੀਟ ਕਰਨਾ ਚਾਹੁੰਦੇ ਹੋ ਵੀ ਮੈਂ ਕਰਪਸ਼ਨ ਨੂੰ ਖਤਮ ਕਰ ਦਿੰਦਾ if I were the prime minister ਠੀਕ ਹੈ ਜੇ ਮੈਂ ਇਹ ਹੁੰਦਾ ਸਰ ਐਜ਼ ਇਫ ਵਾਲਾ ਜਿਹੜਾ ਸੈਂਟੈਂਸ ਉਹ ਕਿਸੇ ਨੇ ਹੀ ਬਣੂਗਾ ਹਾਂਜੀ ਉਹ ਕਿਸੇ ਨੇ ਮਤਲਬ ਕਿ ਉਹ ਆਪਾਂ ਹਮੇਸ਼ਾ ਤੁਹਾਨੂੰ ਦੱਸਿਆ ਕਿ ਉਹ ਫਨੀ ਟਰਮ ਦੇ ਵਿੱਚ ਬਣਦਾ ਹੈਗਾ ਠੀਕ ਹੈ ਮਤਲਬ ਕਿ ਉਹ ਇੰਜ ਬਿਹੇਵ ਕਰਦਾ ਹੈ ਜਿਵੇਂ ਉਹ ਸਾਰਿਆਂ ਤੋਂ ਸਿਆਣਾ ਹੋਵੇ he behaves as if he is the wisest man in the world ਠੀਕ ਹੈ ਉਹ ਇੰਜ ਮਤਲਬ ਕਿ ਬੋਲਦਾ ਜਿਵੇਂ ਕਿ ਉਹ ਇੰਜ ਗਾਉਂਦਾ ਜਿਵੇਂ ਕਿ ਉਹ ਗੈਰੀ ਸੰਧੂ ਹੋਵੇ ਉਹ ਇੰਜ ਮਤਲਬ ਕਿ ਕੁਝ ਵੀ ਆਪਾਂ ਗੱਲਾਂ ਲੈ ਸਕਦੇ ਨਾ ਕਲੀਅਰ ਹੈ ਸਟੂਡੈਂਟਸ ਜੀ ਐਗਜ਼ਾਮਪਲ ਸਾਰੀਆਂ सही है ਹਾਂਜੀ ਸੋ ਇਹਦੀਆਂ ਜਿਹੜੀਆਂ ਬਾਕੀ 10 ਆਪਾਂ ਹੋਰ ਕਰਨੇ ਆ ਮੈਂ ਤੁਹਾਨੂੰ ਕਿਹਾ ਸੀਗਾ ਕਿ ਕੰਜੰਕਸ਼ਨ ਦੀ ਕਲਾਸ ਥੋੜੀ ਜਿਹੀ ਲੈਂਥੀ ਹੋਏਗੀ ਬਟ ਇਹਨੂੰ ਆਪਾਂ ਸਬੋਰਡੀਨੇਟ ਕਲੌਜ਼ ਨੂੰ ਦੋ ਪਾਰਟਸ ਵਿੱਚ ਡਿਵਾਈਡ ਕਰਦੇ ਆ ਅੱਜ ਦੀ ਕਲਾਸ ਵਿੱਚ ਆਪਾਂ ਜਿਹੜੇ 11 ਆਹ ਕਵਰ ਕੀਤੇ ਆ ਤੇ ਬਾਕੀ ਆਪਾਂ ਕੱਲ ਦੀ ਕਲਾਸ ਵਿੱਚ 10 ਹੋਰ ਕਵਰ ਕਰਾਂਗੇ ਫਿਰ ਕਾਫੀ ਤੁਹਾਨੂੰ ਕੰਟੈਂਟ ਮਿਲ ਜਾਏਗਾ ਆਪਣੇ ਰਾਈਟਿੰਗ ਟਾਸਕ ਲਈ ਤੇ ਇੰਗਲਿਸ਼ ਦਾ ਲੈਵਲ ਆਪਣਾ ਅਪ ਕਰਨ ਦੇ ਲਈ ਸੋ ਥੈਂਕ ਯੂ ਸਟੂਡੈਂਟਸ ਹੋਪ ਯੂ ਆਰ ਲਾਈਕਿੰਗ ਦਿਸ ਵੀਡੀਓ